ਜਿਹੜੇ ਸਾਡੇ ਗਰੁੱਪ ਸੌਂਗਸ ਹੁੰਦੇ ਸੀ ਜਾਂ ਕੰਪੀਟੀਸ਼ਨਸ ਲਈ ਵੀ ਜਾਂਦੇ ਸੀ, ਉਹ ਉਸ ਟੀਮ ਦਾ ਮੈਂ ਹਿੱਸਾ ਰਹੀ ਹਾਂ। ਪਰ ਇੰਡੀਵਿਜੂਅਲ ਤੌਰ ਤੇ ਮੈਂ ਇੱਕ ਗਾਇਕ ਦੇ ਤੌਰ ਤੇ ਮੈਂ ਕਿਤੇ ਵਿਕਸਿਤ ਨਹੀਂ ਹੋਈ। ਮਤਲਬ ਪਤਾ ਹੀ ਨਹੀਂ ਸੀਗਾ ਕਿ ਵੀ ਹਾਂ ਇਹ ਵਾਕਈ ਕਿਸੇ ਵੇਲੇ ਇਹ ਫਿਲਮਾਂ ਤੱਕ ਵੀ ਪਹੁੰਚ ਜਾਏਗੀ। ਤੇ ਮੈਂ ਵੀ ਕਦੇ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਸੁਪਨਾ ਨਹੀਂ ਸੀ ਲਿਆ ਕਿ ਮੈਨੂੰ ਇਹ ਕਦੇ ਲੱਗਿਆ ਹੋਵੇ ਕਿ ਮੈਂ ਕਿੱਥੇ ਤੱਕ ਪਹੁੰਚ ਜਾਵਾਂਗੀ। ਜਦੋਂ ਹੌਸਟਲ ਆਏ ਉਹਨਾਂ ਨੇ ਸਾਡਾ ਪਲੇ ਦੀ ਰਿਹਰਸਲ ਵੇਖੀ ਤਾਂ ਉਹਨਾਂ ਨੂੰ ਮੇਰਾ ਜਿਹੜਾ ਉਹਦੇ 'ਚ ਕਿਰਦਾਰ ਸੀ ਮਾਂ ਦਾ, ਉਹ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਤੇ ਉੱਥੋਂ ਫਿਰ ਉਹਨਾਂ ਨੇ ਕਿਹਾ, ਉਸੇ ਦਿਨ ਹੀ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਅਗਲੀ ਫਿਲਮ 'ਚ ਇਸ ਲੜਕੀ ਤੋਂ ਕੰਮ ਕਰਾਂਗੀ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਅਦਾਕਾਰੀ ਦੇ ਨਾਲ ਜੁੜੇ ਹੋਏ ਹੈ। ਉਹਨਾਂ ਨੇ ਜਿਸ ਉਮਰ ਦੇ ਵਿੱਚ ਅਦਾਕਾਰੀ ਕਰਨੀ ਸ਼ੁਰੂ ਕੀਤੀ ਸੀ ਉਸ ਉਮਰ ਦੇ ਵਿੱਚ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀ, ਪਰ ਉਹਨਾਂ ਨੇ ਆਪਣੀ ਕਾਬਲੀਅਤ ਦੇ ਸਦਕਾ ਇਸ ਸਮਾਜ ਦੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਪੰਮੀ ਸੰਧੂ ਹੋਰਾਂ ਦੀ। ਮੈਡਮ, ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਜੇਕਰ ਮੈਡਮ ਗੱਲ ਕਰੀਏ ਤਾਂ ਤੁਸੀਂ ਕਲਾ ਦੇ ਨਾਲ ਜੁੜੇ ਹੋਏ ਹੋ, ਤੁਸੀਂ ਕਿਹੜੀ ਕਲਾ ਦੇ ਨਾਲ ਜੁੜੇ ਹੋ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਂ ਐਕਚੁਅਲੀ ਸਟੇਜ ਆਰਟਿਸਟ ਹਾਂ ਤੇ ਸਭ ਤੋਂ ਪਹਿਲਾਂ ਸਟੇਜ ਸ਼ੁਰੂ ਕੀਤੀ ਸੀ ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ। ਤਾਂ ਉਦੋਂ ਮੈਂ ਡਿਬੇਟਸ, ਡੈਕਲੇਮੇਸ਼ਨਸ, ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਪਾਰਟੀਸਪੇਟ ਕਰਦੀ ਸੀ ਜ਼ਿਆਦਾ। ਤੇ ਉਸ ਤੋਂ ਬਾਅਦ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਈ ਤਾਂ ਮੇਰਾ ਡਾਕਟਰ ਸੁਰਿੰਦਰ ਸ਼ਰਮਾ ਨਾਲ ਵਾਹ ਪਿਆ। ਸਾਡੇ ਹੋਸਟਲ ਦਾ ਇੱਕ ਫੰਕਸ਼ਨ ਸੀ ਤੇ ਹੋਸਟਲ ਦੇ ਫੰਕਸ਼ਨ 'ਚ ਉਹਨਾਂ ਨੇ ਕਿਹਾ ਵੀ ਕੁੜੀਆਂ ਨੂੰ ਮੈਂ ਗਿੱਧਾ ਕਰਵਾਉਣਾ ਹੈਗਾ ਤੇ ਕੁੜੀਆਂ ਬੁਲਾਓ। ਚਲੋ, ਕੁੜੀਆਂ ਪੰਜਾਬ ਦੀਆਂ ਜਿਹੜੀਆਂ ਸੀਗੀਆਂ ਉਹ ਬੁਲਾ ਲਈਆਂ ਗਈਆਂ, ਉਹਨਾਂ 'ਚ ਮੈਂ ਵੀ ਸੀਗੀ। ਤੇ ਉਹਨਾਂ ਨੇ ਮੈਨੂੰ ਪੁੱਛਿਆ, ਤੂੰ ਗਿੱਧਾ ਕਰ ਲੈਂਦੀ ਆ? ਮੈਂ ਕਿਹਾ ਜੀ ਨਹੀਂ, ਮੈਂ ਕਦੇ ਕੀਤਾ ਤੇ ਨਹੀਂ। ਤੇ ਉਦੋਂ ਮੈਂ ਪਹਿਲੀ ਵਾਰੀ ਸਰੋਜਨੀ ਹਾਲ ਜਿਹੜਾ ਸਾਡਾ ਹੋਸਟਲ ਸੀ ਉਹਦੇ ਫੰਕਸ਼ਨ ਤੇ ਗਿੱਧਾ ਕੀਤਾ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨਾਲ ਪਲੇ ਕੀਤੇ। ਇੱਕ ਪਲੇ ਜਿਹੜਾ ਮੇਰਾ ਬਹੁਤ ਪਸੰਦ ਕੀਤਾ ਗਿਆ, ਪਰ ਉਹ ਸਭ ਤੋਂ ਪਹਿਲਾ ਪਲੇ ਸੀ, ਪਰ ਉਹ ਅਸੀਂ ਬਹੁਤ ਵਾਰੀ ਖੇਡਿਆ। ਉਸ ਤੋਂ ਬਾਅਦ ਹੋਰ ਵੀ ਖੇਡੇ, ਪਰ ਮੈਨੂੰ ਜਿੰਨਾ ਮਜ਼ਾ ਉਹ ਪਲੇ ਖੇਡ ਕੇ ਆਇਆ ਸੀਗਾ, ਉਹ ਡਰਾਮਾ ਉਸ ਤੋਂ ਬਾਅਦ ਮਤਲਬ ਇੰਜੋਏ ਕੀਤਾ, ਪਰ ਉਹ ਸਭ ਤੋਂ ਬੈਸਟ ਮੈਨੂੰ ਲੱਗਿਆ। ਜੀ ਮੈਮ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਰੰਗਮੰਚ ਦੇ ਨਾਲ ਜੁੜੇ ਹੋਏ ਹੋ, ਤੁਸੀਂ ਕਿਹਾ ਕਿ ਤੁਸੀਂ ਇੱਕ ਨਾਟਕ ਖੇਡਦੇ ਸੀ ਪਾਰੋ, ਤੁਹਾਨੂੰ ਬਹੁਤ ਪਸੰਦ ਸੀਗਾ। ਉਸ ਨਾਟਕ ਦੇ ਕੋਈ ਡਾਇਲੋਗ ਵੀ ਹੋਣਗੇ, ਉਹਨਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ। ਐਕਚੁਅਲੀ ਬਹੁਤ ਸਾਲ ਹੋ ਗਏ ਇਸ ਗੱਲ ਨੂੰ, ਪਰ ਫਿਰ ਵੀ ਉਹਦਾ ਇੱਕ ਡਾਇਲੋਗ ਮੈਨੂੰ ਯਾਦ ਹੈ ਕਿ ਉਹਦੇ 'ਚ ਮਤਲਬ ਜਿਹੜੀ ਮਾਂ ਹੈਗੀ ਉਹ ਆਪਣੀ ਧੀ ਤੋਂ ਚਾਹੁੰਦੀ ਹੈ ਕਿ ਉਹ ਘਰ ਦਾ ਕੰਮ ਕਰੇ, ਇਹ ਉਹ ਸਾਰਾ ਜਿਸ ਤਰ੍ਹਾਂ ਵੀ ਆਪਾਂ ਚਾਹੁੰਦੇ ਹਾਂ ਕਿ ਕੁੜੀਆਂ ਘਰ ਦਾ ਕੰਮ ਕਰਨ। ਤਾਂ ਮੇਰੀ ਕੁੜੀ ਕਹਿੰਦੀ ਹੈ ਕਿ ਨਹੀਂ ਵੀ ਮੈਂ ਪੜ੍ਹਨਾ। ਤੇ ਮੈਂ ਉਹਨੂੰ ਕਿਹਾ, ਨਹੀਂ ਪੜ੍ਹ ਕੇ ਬੜਾ ਤੂੰ ਡਿਪਟੀ ਕਨਸਤਰ ਲੱਗ ਜਾਣਾ, ਪਕਾਉਣੀਆਂ ਤਾਂ ਰੋਟੀਆਂ ਹੀ ਆ ਨਾ। ਜੀ ਵਾਹ, ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ ਮੈਮ। ਤੁਸੀਂ ਜਿਹੜਾ ਹੈ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਜਿਹੜਾ ਹੈ ਨਾਟਕਾਂ ਨੂੰ ਖੇਡਿਆ ਆ। ਮੈਮ, ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਜੇ ਅਸੀਂ ਗਲਤ ਨਾ ਹੋਈਏ ਤਾਂ ਤੁਹਾਨੂੰ ਗਾਉਣ ਦਾ ਸ਼ੌਂਕ ਵੀ ਸੀਗਾ। ਤੁਸੀਂ ਜਿਹੜਾ ਬਚਪਨ ਦੇ ਵਿੱਚ ਗਾਉਣ ਦੀ ਸਿਖਲਾਈ ਲੈਣੀ ਵੀ ਸ਼ੁਰੂ ਕੀਤੀ ਸੀ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਮੈਂ ਐਕਚੁਅਲੀ ਨਾ ਗਾਉਂਦੀ ਤਾਂ ਜਿਵੇਂ 3rd ਵਿੱਚ ਸੀ ਮੈਂ ਪਹਿਲੀ ਵਾਰੀ ਜਦੋਂ ਮੈਂ ਸਟੇਜ ਉੱਤੇ ਚੜ੍ਹੀ ਹਾਂ। ਤੇ ਉਦੋਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਸੀ ਤੇ ਮੇਰੇ ਫਾਦਰ ਸਾਹਿਬ ਹੀ ਵਾਜ਼ ਅ ਡਾਕਟਰ ਤੇ ਮੇਰੇ ਮਦਰ ਨਰਸ ਸੀਗੇ ਬਾਈ ਪ੍ਰੋਫੈਸ਼ਨ। ਤੇ ਮੇਰੇ ਪਾਪਾ ਨੇ ਮੈਨੂੰ ਇੱਕ ਕਵਿਤਾ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੇ ਯਾਦ ਕਰਾਈ ਸੀ, ਗੁਰਪੁਰਬ ਤੇ ਉਹ ਮੈਂ ਆਪਣੇ ਸਕੂਲ ਬੋਲੀ ਸੀ ਪਹਿਲੀ ਵਾਰੀ ਗਾ ਕੇ। ਤੇ ਬਸ ਕੋਈ ਮਤਲਬ ਪਰ ਗਾਣ ਦਾ ਕੋਈ ਬਹੁਤ ਅਗਾਂਹ ਤੱਕ ਨਹੀਂ ਵਧਿਆ। ਵੈਸੇ ਮੈਂ ਕਾਲਜ ਵਿੱਚ ਆਪਣੇ ਜਿਹੜੇ ਸਾਡੇ ਗਰੁੱਪ ਸੌਂਗਸ ਹੁੰਦੇ ਸੀ ਜਾਂ ਕੰਪੀਟੀਸ਼ਨਸ ਲਈ ਵੀ ਜਾਂਦੇ ਸੀ, ਉਸ ਟੀਮ ਦਾ ਮੈਂ ਹਿੱਸਾ ਰਹੀ ਹਾਂ। ਪਰ ਇੰਡੀਵਿਜੂਅਲ ਤੌਰ ਤੇ ਮੈਂ ਇੱਕ ਗਾਇਕ ਦੇ ਤੌਰ ਤੇ ਮੈਂ ਕਿਤੇ ਵਿਕਸਿਤ ਨਹੀਂ ਹੋਈ। ਜੀ ਮੈਮ, ਜਦੋਂ ਤੁਸੀਂ ਕਲਾ ਦੇ ਨਾਲ ਜੁੜੇ ਤਾਂ ਉਸ ਸਮੇਂ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀਗਾ, ਤਾਂ ਜਦੋਂ ਤੁਸੀਂ ਕਿਹਾ ਕਿ ਮੈਂ ਕਲਾ ਦੇ ਨਾਲ ਜੁੜਨਾ ਆ, ਤਾਂ ਕੋਈ ਚੁਣੌਤੀਆਂ ਵੀ ਦਰਪੇਸ਼ ਆਈਆਂ ਸੀ? ਨਹੀਂ, ਐਕਚੁਅਲੀ ਨਾ ਮੇਰਾ ਸ਼ੌਕ ਸੀ ਮਿਊਜ਼ਿਕ ਜਿਵੇਂ। ਤੇ ਮਿਊਜ਼ਿਕ ਮੈਂ ਪ੍ਰੈਪ ਹੁੰਦੀ ਸੀ ਉਦੋਂ, ਪ੍ਰੀ ਯੂਨੀਵਰਸਿਟੀ ਕਲਾਸ ਆਫਟਰ 10th ਜੀ। ਤੇ ਉਹਦੇ 'ਚ ਮੈਂ ਮਿਊਜ਼ਿਕ ਰੱਖਿਆ ਸੀ ਇੰਸਟਰੂਮੈਂਟਲ, ਤੇ ਮੈਂ ਸਿਤਾਰ ਵਜਾਉਂਦੀ ਸੀ ਜੀ। ਮੈਂ ਉਹ ਸਿਤਾਰ ਲੈ ਕੇ ਪਿੰਡ ਚਲੀ ਗਈ, ਸਿਤਾਰ ਆਪਣੀ ਖਰੀਦੀ ਸੀ। ਤੇ ਮੇਰੇ ਫਾਦਰ ਨੂੰ ਕੁਝ ਪਿੰਡ ਦੇ ਲੋਕਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੁੜੀ ਨੂੰ ਪੜ੍ਹਾ ਵੀ ਰਹੇ ਹੋ ਤੇ ਆਹ ਹੁਣ ਤੁਸੀਂ ਕੀ ਨਵਾਂ ਕੰਮ ਇਹ ਸ਼ੁਰੂ ਕਰਾਤਾ, ਇਹ ਕੁੜੀਆਂ ਵਾਸਤੇ ਚੰਗਾ ਕੰਮ ਨਹੀਂ ਹੈਗਾ। ਜਦੋਂ ਕਿ ਮਿਊਜ਼ਿਕ, ਇੰਸਟਰੂਮੈਂਟਲ ਮਿਊਜ਼ਿਕ ਦਾ ਕੋਈ ਮਤਲਬ ਕਿਸੇ ਵੀ ਮਿਊਜ਼ਿਕ ਦਾ ਮੇਰੇ ਹਿਸਾਬ ਨਾਲ ਤਾਂ ਕੋਈ
ਇੰਪੈਕਟ ਨਹੀਂ ਇਸ ਤਰ੍ਹਾਂ ਦਾ ਪੈਂਦਾ ਕਿਸੇ ਵੀ ਇਨਸਾਨ ਤੇ ਜਾਂ ਉਹਦੇ ਕਿਰਦਾਰ ਤੇ, ਪਰ ਉਹਨਾਂ ਦੀ ਸੋਚ ਕੁਝ ਇਸ ਤਰੀਕੇ ਦੀ ਹੈਗੀ ਸੀ। ਸੋ ਮੇਰੇ ਫਾਦਰ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਬੇਟਾ ਲੋਕ ਮੈਨੂੰ ਇਸ ਤਰ੍ਹਾਂ ਗੱਲ ਕਰ ਰਹੇ ਆ ਇਹਦੇ ਬਾਰੇ, ਤਾਂ ਮੈਂ ਉਹਦੇ ਪਾਪਾ ਜੀ ਨੂੰ ਇੱਕੋ ਹੀ ਜਵਾਬ ਦਿੱਤਾ ਸੀ ਕਿ ਵੀ ਮਤਲਬ ਤੁਹਾਨੂੰ ਦੱਸੋ ਕਿ ਤੁਹਾਨੂੰ ਇਤਰਾਜ਼ ਆ। ਮੇਰੇ ਫਾਦਰ ਨੇ ਕਿਹਾ ਕਿ ਮੈਨੂੰ ਇਹਦੇ ਤੋਂ ਇਤਰਾਜ਼ ਨਹੀਂ, ਪਰ ਲੋਕਾਂ ਨੂੰ ਇਤਰਾਜ਼ ਆ। ਪਰ ਕਿਉਂਕਿ ਮੇਰੇ ਫਾਦਰ ਨੇ ਮੇਰੀ ਜ਼ਿੰਦਗੀ 'ਚ ਮੇਰੇ ਲਈ ਬਹੁਤ ਕੁਝ ਕੀਤਾ ਹੈ, ਉਹ ਮੇਰੀ ਸਭ ਤੋਂ ਵੱਡੀ ਸਪੋਰਟ ਰਹੇ ਹੈ। ਸੋ ਮੈਨੂੰ ਲੱਗਿਆ ਕਿ ਮੈਂ ਆਪਣੇ ਫਾਦਰ ਲਈ ਇੰਨਾ ਸੈਕਰੀਫਾਈਸ ਤਾਂ ਕਰ ਸਕਦੀ ਹਾਂ। ਸੋ ਮੈਂ ਉਦੋਂ ਉਹ ਮਿਊਜ਼ਿਕ, ਜਦੋਂ ਕਿ ਮੈਂ ਮਿਊਜ਼ਿਕ ਦੇ ਵਿੱਚੋਂ ਮੇਰੇ 150 ਦੇ ਵਿੱਚੋਂ 145 ਮਾਰਕਸ ਆਏ ਸੀ, ਉਸ ਦੇ ਬਾਵਜੂਦ ਵੀ ਉਹ ਮੈਨੂੰ ਸਬਜੈਕਟ ਹੈ ਜਿਹੜਾ ਉਹ ਛੱਡਣਾ ਪਿਆ। ਉਸ ਤੋਂ ਬਾਅਦ ਮੈਨੂੰ ਪੋਲੀਟੀਕਲ ਸਾਇੰਸ ਲਈ, ਜਿਹਦੇ 'ਚ ਮੇਰਾ ਕੋਈ ਇੰਟਰਸਟ ਨਹੀਂ ਸੀ, ਪਰ ਫਿਰ ਵੀ ਮੈਨੂੰ ਲੱਗਿਆ ਕਿ ਨਹੀਂ, ਮੈਂ ਉਹਨੂੰ ਆਪਣੇ ਫਾਦਰ ਲਈ ਇਹ ਕਰਨਾ ਚਾਹੀਦਾ। ਤੇ ਉਸ ਵੇਲੇ ਮੇਰੇ ਫਾਦਰ ਨੂੰ ਉਹਨਾਂ ਲੋਕਾਂ ਨੇ ਇਹ ਕਿਹਾ ਸੀ ਕਿ ਡਾਕਟਰ ਸਾਹਿਬ ਤੁਸੀਂ ਕਿਹੜਾ ਕੁੜੀ ਨੂੰ ਫਿਲਮਾਂ 'ਚ ਭੇਜਣਾ, ਪਰ ਮੈਨੂੰ ਲੱਗਦਾ ਉਸ ਵੇਲੇ ਉਹਨਾਂ ਦੇ ਮੂੰਹ ਤੇ ਨਾ ਸਰਸਵਤੀ ਬੈਠੀ ਸੀ। ਠੀਕ ਹੈ, ਮਤਲਬ ਪਤਾ ਹੀ ਨਹੀਂ ਸੀਗਾ ਕਿ ਵੀ ਹਾਂ ਇਹ ਵਾਕਈ ਕਿਸੇ ਵੇਲੇ ਇਹ ਫਿਲਮਾਂ ਤੱਕ ਵੀ ਪਹੁੰਚ ਜਾਏਗੀ। ਤੇ ਮੈਂ ਵੀ ਕਦੇ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਸੁਪਨਾ ਨਹੀਂ ਸੀ ਲਿਆ ਕਿ ਮੈਨੂੰ ਇਹ ਕਦੇ ਲੱਗਿਆ ਹੋਵੇ ਕਿ ਮੈਂ ਕਿੱਥੇ ਤੱਕ ਪਹੁੰਚ ਜਾਵਾਂਗੀ। ਜੀ, ਤੁਸੀਂ ਗੱਲ ਕੀਤੀ ਕਿ ਤੁਸੀਂ ਸੁਪਨਾ ਕਦੇ ਨਹੀਂ ਸੀ ਵੇਖਿਆ ਤੁਸੀਂ ਫਿਲਮਾਂ ਦੇ ਵਿੱਚ ਅਦਾਕਾਰੀ ਕਰੋਗੇ, ਇਹ ਸਬਬ ਕਿਵੇਂ ਬਣਿਆ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਐਕਚੁਅਲੀ ਫਿਲਮਾਂ ਤੋਂ ਪਹਿਲਾਂ ਮੈਂ ਟੀਵੀ ਕੀਤਾ ਜੀ, ਜਲੰਧਰ ਦੂਰਦਰਸ਼ਨ ਤੋਂ, ਤੇ ਜਸਪਾਲ ਭੱਟੀ ਨਾਲ ਮੈਨੂੰ ਮੌਕਾ ਮਿਲਿਆ ਪਹਿਲੀ ਵਾਰੀ। ਜਸਪਾਲ ਭੱਟੀ ਵੀ ਤੇ ਅਸੀਂ ਦੋਨੋਂ ਜਲੰਧਰ ਦੂਰਦਰਸ਼ਨ ਤੇ ਪਹਿਲਾ ਪ੍ਰੋਗਰਾਮ ਅਸੀਂ ਕੀਤਾ ਸੀ ਰੰਗ ਚ ਭੰਗ। ਤੇ ਉਹ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ ਕਿ ਚਿੱਤਰਹਾਰ ਆਂਦਾ ਸੀ, ਚਿੱਤਰਹਾਰ ਦੇ ਦਰਮਿਆਨ ਉਹ ਛੋਟੀ ਜਿਹੀ ਸਕਿੱਟ ਹੁੰਦੀ ਸੀ 3 ਸਕਿੰਟ ਦੀ, ਪਰ ਉਹਦੇ ਵਿੱਚ ਸੁਨੇਹਾ ਬਹੁਤ ਵੱਡਾ ਹੁੰਦਾ ਸੀ, ਕਿਉਂਕਿ ਜਸਪਾਲ ਭੱਟੀ ਨੂੰ ਕੋਈ ਨਹੀਂ ਭੁੱਲਿਆ ਉਹਨਾਂ ਦੇ ਕਿਰਦਾਰ ਬਾਰੇ, ਜਾਂ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਅੰਗਮਈ ਉਹਨਾਂ ਦੇ ਸਕਿੱਟਸ ਹੁੰਦੇ ਸੀ, ਜਾਂ ਉਹਨਾਂ ਦੀਆਂ ਕਾਰਟੂਨਸ ਹੁੰਦੇ ਸੀ, ਜਾਂ ਉਹਨਾਂ ਦੇ ਹੋਰ ਵੀ ਟੀਵੀ ਪ੍ਰੋਗਰਾਮਸ ਬਹੁਤ ਉਸ ਤੋਂ ਬਾਅਦ ਮਕਬੂਲ ਹੋਏ ਨੇ ਉਹ। ਸੋ ਉਹਨਾਂ ਬਾਰੇ ਸਾਰੇ ਜਾਣਦੇ ਆ। ਸੋ ਉੱਥੋਂ ਸ਼ੁਰੂਆਤ ਅਸੀਂ ਕੀਤੀ ਤੇ ਉਹ ਪ੍ਰੋਗਰਾਮ ਕਰਦੀ ਰਹੀ। ਫਿਰ ਕੱਚ ਦੀਆਂ ਮੁੰਦਰਾਂ ਪ੍ਰੋਗਰਾਮ ਕੀਤਾ। ਉਸ ਤੋਂ ਬਾਅਦ ਫਿਰ ਸਾਡਾ ਪਲੇ ਸੀਗਾ, ਇਹੀ ਜਿਹੜੇ ਪਲੇ ਦੀ ਮੈਂ ਪਾਰੋ ਦੀ ਗੱਲ ਕਰ ਰਹੀ ਹਾਂ, ਇਹੀ ਪਲੇ ਤੇ ਅਸੀਂ ਕਿਤੇ ਖੇਡਣਾ ਸੀ। ਤੇ ਡਾਕਟਰ ਸੁਰਿੰਦਰ ਸ਼ਰਮਾ ਉਹਦੀ ਰਿਹਰਸਲ ਕਰਾਉਣ ਆਉਂਦੇ ਸੀ ਹੋਸਟਲ ਤੇ। ਜਦੋਂ ਉਹ ਰਿਹਰਸਲ ਤੇ ਉਹਨਾਂ ਨੇ ਆਉਣਾ ਸੀ ਤਾਂ ਉਦੋਂ ਬਾਈ ਚਾਂਸ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ, ਮੈਂ ਉਹਨਾਂ ਨੂੰ ਕਹੂੰਗੀ, ਵਰਿੰਦਰ ਜੀ, ਜਿਹੜੇ ਅੱਜ ਇਸ ਦੁਨੀਆ 'ਚ ਬੇਸ਼ੱਕ ਨਹੀਂ ਹੈਗੇ, ਪਰ ਉਹਨਾਂ ਨੂੰ ਹਾਲੇ ਵੀ ਮਤਲਬ ਅੱਜ ਦਾ ਯੂਥ, ਜਿਹਨੂੰ ਮੈਂ ਯੂਥ ਕਹਿ ਸਕਦੀ ਹਾਂ, 25 30 35 40 ਸਾਲ ਤੱਕ ਜਿਹੜੇ ਲੋਕ ਨੇ, ਉਹ ਹਾਲੇ ਵੀ ਉਹਨਾਂ ਦੀਆਂ ਪੁਰਾਣੀਆਂ ਫਿਲਮਾਂ ਦੇਖਦੇ ਨੇ, ਉਹਨਾਂ ਨੂੰ ਬਹੁਤ ਪਿਆਰ ਕਰਦੇ ਆ, ਬਹੁਤ ਯਾਦ ਵੀ ਕਰਦੇ ਆ। ਸੋ ਉਹ ਆਏ ਹੋਏ ਸੀਗੇ ਤੇ ਉਹਨਾਂ ਨੂੰ ਮੈਂ ਸੁਰਿੰਦਰ ਸ਼ਰਮਾ ਜੀ ਨਾਲ ਪਹਿਲਾਂ ਵੀ ਬਹੁਤ ਵਾਰੀ ਮਿਲੀ ਸੀ। ਉਹ ਡਾਕਟਰ ਸਾਹਿਬ ਕਹਿੰਦੇ ਕਿ ਚਲੋ ਵੀ ਆਪਾਂ ਉੱਥੇ, ਮੈਂ ਕੁੜੀਆਂ ਨੂੰ ਹੋਸਟਲ 'ਚ ਰਿਹਰਸਲ ਕਰਾਉਣੀ ਹੈ, ਤੁਸੀਂ ਵੀ ਨਾਲ ਚੱਲ ਪਾਓ ਜੀ, ਨਾਲੇ ਮੈਂ ਤੁਸੀਂ ਪਲੇ ਦੇਖ ਲਿਓ ਸਾਡਾ। ਜਦੋਂ ਹੋਸਟਲ ਆਏ ਉਹਨਾਂ ਨੇ ਸਾਡਾ ਪਲੇ ਦੀ ਰਿਹਰਸਲ ਵੇਖੀ ਤਾਂ ਉਹਨਾਂ ਨੂੰ ਮੇਰਾ ਜਿਹੜਾ ਉਹਦੇ 'ਚ ਕਿਰਦਾਰ ਸੀ ਮਾਂ ਦਾ, ਉਹ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਤੇ ਉੱਥੋਂ ਫਿਰ ਉਹਨਾਂ ਨੇ ਕਿਹਾ, ਉਸੇ ਦਿਨ ਹੀ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਅਗਲੀ ਫਿਲਮ 'ਚ ਇਸ ਲੜਕੀ ਤੋਂ ਕੰਮ ਕਰਾਉਂਗਾ। ਜੀ, ਜਦੋਂ ਤੁਸੀਂ ਫਿਲਮਾਂ ਦੇ ਵਿੱਚ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਲੋਕ ਪਹਿਲਾਂ ਕਦੇ ਕਹਿੰਦੇ ਸੀਗੇ ਕਿ ਇਹਨੂੰ ਗਾਉਣਾ ਨਹੀਂ ਚਾਹੀਦਾ ਹੈਗਾ, ਉਹਨਾਂ ਲੋਕਾਂ ਦਾ ਰਵੱਈਆ ਤੁਹਾਡੇ ਪ੍ਰਤੀ ਬਦਲਿਆ ਕਿ ਨਹੀਂ? ਮੈਨੂੰ ਲੱਗਦਾ ਉਦੋਂ ਤੱਕ ਮੈਂ ਆਪਣੀ ਜ਼ਿੰਦਗੀ 'ਚ ਨਾ ਕਾਫੀ ਅੱਗੇ ਨਿਕਲ ਚੁੱਕੀ ਸੀ ਜੀ। ਜਦੋਂ ਮੈਂ BA ਫਸਟ ਈਅਰ 'ਚ ਜਾਣਾ ਸੀ ਪੜ੍ਹਨ, ਤਾਂ ਮੈਂ ਉਸ ਤੋਂ ਪਹਿਲਾਂ ਮੈਂ ਸਿੱਧਵਾਂ ਹੋਸਟਲ ਵਿੱਚ ਸੀ। 8ਵੀਂ ਤੋਂ ਲੈ ਕੇ 11ਵੀਂ ਤੱਕ, 10ਵੀਂ ਤੱਕ ਮੈਂ ਸਿੱਧਵਾਂ ਹੋਸਟਲ, 11ਵੀਂ ਤੱਕ ਪ੍ਰੈਪ ਤੱਕ ਸਿੱਧਵਾਂ ਹੋਸਟਲ ਰਹੀ ਹਾਂ। ਉਸ ਤੋਂ ਬਾਅਦ ਫਿਰ ਮੈਂ ਮੇਰੇ ਫਾਦਰ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਪੜ੍ਹਨਾ, ਕਿਉਂਕਿ ਇੱਥੇ ਪਿੰਡਾਂ ਵਰਗਾ ਹੀ ਮਾਹੌਲ ਹੈ। ਸੋ ਮੈਂ ਉਸ ਤੋਂ ਥੋੜਾ ਅੱਗੇ ਨਿਕਲਣਾ ਚਾਹੁੰਦੀ ਹਾਂ। ਮੇਰੇ ਫਾਦਰ ਕਹਿੰਦੇ ਕਿੱਥੇ? ਮੈਂ ਕਿਹਾ ਲੁਧਿਆਣੇ। ਚਲੋ ਜੀ, ਲੁਧਿਆਣੇ ਗਵਰਨਮੈਂਟ ਕਾਲਜ ਐਡਮਿਸ਼ਨ ਨਹੀਂ ਮਿਲੀ, ਉਹਨਾਂ ਦੀਆਂ ਸੀਟਾਂ ਪੂਰੀਆਂ ਹੋ ਚੁੱਕੀਆਂ ਸੀ। ਪਾਪਾ ਜੀ ਕਹਿੰਦੇ ਹੁਣ। ਮੈਂ ਕਿਹਾ ਖਾਲਸਾ ਕਾਲਜ ਚਲਦੇ ਹਾਂ। ਖਾਲਸਾ ਕਾਲਜ ਐਡਮਿਸ਼ਨ ਮਿਲ ਗਈ। ਮੈਂ ਆਪਣੇ ਪੇਰੈਂਟਸ ਦੀ ਇਕੱਲੀ ਲੜਕੀ ਸੀ ਜੀ, ਮਤਲਬ ਭੈਣ ਭਰਾ ਵੀ ਨਹੀਂ। ਸੋ ਆਈ ਵਾਜ਼ ਓਨਲੀ ਚਾਈਲਡ ਆਫ ਮਾਈ ਪੇਰੈਂਟਸ। ਸੋ ਉਹ ਫਿਰ ਮੈਨੂੰ ਉੱਥੇ ਦਾਖਲ ਕਰਾ ਕੇ ਜਦੋਂ ਗਏ ਮੇਰੇ ਪਾਪਾ, ਤਾਂ ਉਹਨਾਂ ਨੇ ਮੈਨੂੰ ਇੱਕੋ ਹੀ ਚੀਜ਼ ਕਹੀ ਸੀ ਕਿ ਪੁੱਤਰ ਅੱਜ ਤੋਂ ਬਾਅਦ ਤੂੰ ਆਪਣੇ ਜ਼ਿੰਮੇਵਾਰ ਆਪ ਹੈ। ਠੀਕ ਹੈ। ਸੋ ਉਸ ਤੋਂ ਬਾਅਦ ਨਾ ਉਹ ਮੈਨੂੰ ਛੱਡਣ ਆਉਂਦੇ ਸੀ, ਨਾ ਮੈਨੂੰ ਲੈਣ ਆਉਂਦੇ ਸੀ। ਉਹ ਮੇਰੇ ਹੋਸਟਲ ਲਿਖ ਕੇ ਦੇ ਗਏ ਸੀਗੇ ਕਿ ਵੀ ਅੱਜ ਤੋਂ ਬਾਅਦ ਇਹ ਆਪੇ ਆਇਆ ਜਾਇਆ ਕਰੇਗੀ ਜਦੋਂ ਵੀ ਛੁੱਟੀਆਂ ਹੋਇਆ ਕਰਨਗੀਆਂ, ਅਦਰਵਾਈਜ਼ ਜਦੋਂ ਸਾਨੂੰ ਵਿੱਚੋਂ ਟਾਈਮ ਮਿਲੇਗਾ ਅਸੀਂ ਮਿਲ ਜਾਇਆ ਕਰਾਂਗੇ। ਸੋ ਜਿਹੜੀ ਉਹ ਚੀਜ਼ ਸੀ, ਫਿਰ ਉਹ ਮੇਰੇ ਤੇ ਇੰਨੀ ਜ਼ਿਆਦਾ ਉਹਦਾ ਪ੍ਰਭਾਵ ਹੋ ਗਿਆ ਕਿ ਮੈਂ ਇੰਨੀ ਇੰਡੀਪੈਂਡੈਂਟ ਹੋ ਗਈ ਆਪਣੇ ਆਪ 'ਚ
ਕਿ ਮੈਨੂੰ ਫਿਰ ਉਹ ਕਿਸੇ ਚੀਜ਼ ਦਾ ਪਿੱਛੇ ਮੁੜ ਕੇ ਦੇਖਣ ਨੂੰ ਐ ਨਹੀਂ ਲੱਗਿਆ ਕਿ ਮੈਂ ਦੇਖਾਂ ਕਿ ਲੋਕ ਕੀ ਕਹਿੰਦੇ ਆ। ਤੇ ਮੇਰਾ ਖਿਆਲ ਲੋਕ ਵੀ ਉਦੋਂ ਫਿਰ ਮੇਰੀ ਜਿਹੜੀ ਸੋਚ ਸੀ ਜਾਂ ਮੇਰੀ ਜਿਹੜੀ ਵਿਲੱਖਣਤਾ ਸੀਗੀ ਉਹਨੂੰ ਲੈ ਕੇ ਲੋਕ ਵੀ ਅੱਗੇ ਨਿਕਲ ਚੁੱਕੇ ਸੀ। ਤੇ ਸ਼ਾਇਦ ਮੇਰੇ ਪਿੰਡ ਦੇ ਲੋਕਾਂ ਨੇ ਵੀ ਮੈਨੂੰ ਉਸ ਤੋਂ ਬਾਅਦ ਕਦੇ ਕੁਝ ਨਹੀਂ ਕਿਹਾ। ਮੈਨੂੰ ਇੰਨਾ ਯਾਦ ਆ ਕਿ ਇੱਕ ਵਾਰੀ ਪਿੰਡ 'ਚ ਇੱਕ ਮੇਰੇ ਮਦਰ ਦੇ ਫਰੈਂਡ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪੁੱਤ ਜਦੋਂ ਤੇਰਾ ਟੀਵੀ ਤੇ ਪ੍ਰੋਗਰਾਮ ਆਉਣਾ ਹੁੰਦਾ ਤਾਂ ਜੇ ਸਾਡੇ ਆਟਾ ਗੁੰਨਦੇ ਵਾਲੇ ਹੱਥ ਵੀ ਹੋਣ ਨਾ, ਅਸੀਂ ਉਹ ਉਵੇਂ ਹੀ ਹੱਥ ਲੈ ਕੇ ਅਸੀਂ ਟੀਵੀ ਮੂਹਰੇ ਖੜ ਜਾਂਦੀਆਂ ਕਿ ਤੇਰਾ ਛੋਟਾ ਜਿਹਾ ਤਾਂ ਹੋਣਾ ਹੁੰਦਾ, ਅਸੀਂ ਉਹ ਦੇਖਦੀਆਂ ਜ਼ਰੂਰ। ਸੋ ਫਿਰ ਇੱਕ ਇਸ ਤਰ੍ਹਾਂ ਦੀ ਮਤਲਬ ਚੱਲਣ ਸ਼ੁਰੂ ਹੋ ਗਿਆ ਸੀ। ਜੀ, ਤੁਸੀਂ ਦੱਸਿਆ ਕਿ ਤੁਸੀਂ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਹੈ। ਹੁਣ ਤੱਕ ਤੁਸੀਂ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਹੈ ਤੇ ਕਿੰਨੀਆਂ ਫਿਲਮਾਂ ਦੇ ਵਿੱਚ ਕੀਤੀ ਹੈ? ਮੈਂ ਸਭ ਤੋਂ ਪਹਿਲਾਂ ਵਰਿੰਦਰ ਜੀ ਦੀ ਇੱਕ ਫਿਲਮ ਸੀ ਸਰਪੰਚ, ਉਹਦੇ 'ਚ ਭੰਗੜਾ ਕੀਤਾ ਸੀਗਾ ਪਿੱਛੇ ਤੇ ਕੁੜੀਆਂ ਮੁੰਡੇ। ਫਿਰ ਪ੍ਰੀਤੀ ਸਪਰੂ ਜੀ ਸੀ ਉਸ ਗਾਣੇ 'ਚ ਤੇ ਵਰਿੰਦਰ ਜੀ ਸੀਗੇ। ਉਸ ਤੋਂ ਬਾਅਦ ਜਿਹੜੀ ਮੇਰੀ ਐਜ਼ ਇੱਕ ਪ੍ਰੋਪਰ ਅਦਾਕਾਰ ਜਿਹਨੂੰ ਆਪਾਂ ਕਹੀਏ, ਉਹ ਜਿਹੜੀ ਮੇਰੀ ਐਂਟਰੀ ਹੋਈ ਸੀ ਉਹ ਫਿਲਮ ਯਾਰੀ ਜੱਟ ਦੀ 'ਚ ਹੋਈ ਸੀ। ਤੇ ਯਾਰੀ ਜੱਟ ਦੀ ਫਿਲਮ ਹੀ ਹੈ ਜਿਹਦੇ ਬਦੌਲਤ ਅੱਜ ਤੱਕ ਮੈਨੂੰ ਮਤਲਬ ਇੰਨਾ ਮਾਣ ਸਨਮਾਨ ਇੱਜ਼ਤ ਮਿਲ ਰਹੀ ਹੈ। ਉਸ ਤੋਂ ਬਾਅਦ ਮੈਂ ਫਿਲਮਾਂ ਬਹੁਤ ਕੀਤੀਆਂ। ਸੁੱਖਾ ਫਿਲਮ ਵੀ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ, ਪਰ ਯਾਰੀ ਜੱਟ ਦੀ ਤੋਂ ਬਾਅਦ ਮੈਂ ਕੀਤੀ ਸੀਗੀ ਜ਼ੋਰਾਵਰ, ਇਸ਼ਕ ਨਾ ਪੁੱਛੇ ਜ਼ਾਤ, ਤੇਰੀਆਂ ਮੁਹੱਬਤਾਂ, ਜਸਪਾਲ ਭੱਟੀ ਠੀਕ ਹੈ ਵਿੱਚ ਵੀ ਮੇਰਾ ਥੋੜਾ ਕੰਮ ਸੀਗਾ। ਸੋ 6-7 ਫਿਲਮਾਂ ਮੈਂ ਕੀਤੀਆਂ। ਜੀ, ਤੁਸੀਂ ਗੱਲ ਕੀਤੀ ਕਿ ਤੁਸੀਂ ਯਾਰੀ ਜੱਟ ਦੀ ਫਿਲਮ ਕੀਤੀ ਸੀ, ਉਹਦੇ ਵਿੱਚ ਜਿਹੜੀ ਤੁਸੀਂ ਅਦਾਕਾਰੀ ਕੀਤੀ ਸੀ, ਜੋ ਤੁਹਾਡਾ ਰੋਲ ਸੀਗਾ, ਉਹਨੂੰ ਅੱਜ ਤੱਕ ਲੋਕ ਜਿਹੜਾ ਯਾਦ ਕਰਦੇ ਆ। ਉਸ ਫਿਲਮ ਦਾ ਕੋਈ ਡਾਇਲੌਗ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ। ਉਹਦੇ 'ਚ ਜਿਹੜਾ ਡਾਇਲੌਗ ਆ ਉਹਦੇ ਬਾਰੇ ਤਾਂ ਚਲੋ ਮੈਂ ਡਾਇਲੌਗ ਵੀ ਸੁਣਾ ਦੂੰਗੀ ਕਿ ਜੇ ਤੂੰ ਵੈਲੀ ਆ ਤਾਂ ਮੈਂ ਵੀ ਵੈਲਣ ਆ, ਵੈਲਣ। ਸੋ ਇਹ ਸੀਗਾ ਉਹਦਾ ਡਾਇਲੌਗ। ਪਰ ਇਸ ਡਾਇਲੌਗ ਦੀ ਇੱਕ ਮੈਂ ਵਿਲੱਖਣ ਗੱਲ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਕਿਉਂਕਿ ਮੇਰੇ ਨਾਲ ਹੁਣ ਬਹੁਤ ਸਾਰਾ ਮਤਲਬ ਯੂਥ ਕਹਿ ਲਓ ਜਾਂ ਲੋਕ ਕਹਿ ਲਓ ਜਿਹੜੇ ਉਸ ਵੇਲੇ ਦੇ ਫਿਲਮਾਂ ਉਸ ਵੇਲੇ ਦੀਆਂ ਦੇਖਦੇ ਆ ਜਾਂ ਉਹਨਾਂ ਦਾ ਸ਼ੌਕ ਰੱਖਦੇ ਆ। ਤਾਂ ਇੱਕ ਬੰਦੇ ਨੇ ਮੈਨੂੰ ਕਮੈਂਟ ਲਿਖਿਆ ਸੀ ਕਿ ਮੈਮ ਸਾਡੇ ਪਿੰਡ ਇੱਕ ਬੰਦਾ ਹੁੰਦਾ ਸੀ, ਉਹ ਫਿਲਮ ਲਿਆਉਂਦਾ ਸੀ VCR, ਉਦੋਂ VCR ਤੇ ਦੇਖਦੇ ਸੀ ਲੋਕ, VCR ਲਿਆਉਣਾ, ਫਿਲਮ ਲਿਆਉਣੀ, ਉਹਨੇ ਸਾਰੀ ਫਿਲਮ ਅੱਗੇ ਕੱਢ ਦੇਣੀ, ਉਹ ਸਿਰਫ ਐਂਡ ਤੇ ਜਾ ਕੇ ਤੁਹਾਡਾ ਇਹ ਡਾਇਲੌਗ ਸੁਣਦਾ ਸੀ। ਸੋ ਇਹ ਮੇਰੇ ਲਈ ਬਹੁਤ ਇੱਕ ਮੇਰੇ ਰੌਚਕ ਗੱਲ ਸੀਗੀ। ਸੋ ਜਿਹੜੇ ਇਸ ਤਰ੍ਹਾਂ ਦੇ ਲੋਕ ਕਿ ਮੈਨੂੰ ਇਸ ਢੰਗ ਨਾਲ ਪਸੰਦ ਕੀਤਾ ਜਾਂਦਾ ਸੀ, ਲੋਕ ਲੱਭਦੇ ਸੀ, ਤੇ ਮੈਂ ਉਹਨਾਂ ਸਾਰੇ ਜਿਹੜੇ ਮੇਰੇ ਦਰਸ਼ਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਆ, ਉਹਨਾਂ ਸਾਰਿਆਂ ਦੀ ਮੈਂ ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ। ਜੀ, ਜਦੋਂ ਤੁਸੀਂ ਇਹ ਫਿਲਮ ਕੀਤੀ ਸੀ ਤਾਂ ਇਹਦੇ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਕਹਿ ਸਕਦੇ ਹਾਂ ਤੁਸੀਂ ਨਿਭਾਈ ਸੀਗੀ। ਤੇ ਜਦੋਂ ਕੋਈ ਇਨਸਾਨ ਖਲਨਾਇਕ ਵਰਗੀ ਭੂਮਿਕਾ ਨਿਭਾਉਂਦਾ ਹੈ ਤਾਂ ਕੀ ਉਹਦਾ ਅਸਲੀ ਜ਼ਿੰਦਗੀ ਉੱਤੇ ਵੀ ਪ੍ਰਭਾਵ ਪੈਂਦਾ ਹੈ ਕਿ ਨਹੀਂ? ਯਾਨੀ ਕਿ ਲੋਕ ਜਦੋਂ ਮਿਲਦੇ ਆ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦੇ ਬਾਰੇ ਗੱਲ ਕਰਦੇ ਆ ਕਿ ਨਹੀਂ? ਨਹੀਂ, ਅਸਲ ਜ਼ਿੰਦਗੀ ਤੇ ਜਿਹੜੇ ਫਿਲਮੀ ਕਰੈਕਟਰ ਆ ਉਹਨਾਂ ਦਾ ਪ੍ਰਭਾਵ ਤਾਂ ਨਹੀਂ ਹੁੰਦਾ। ਤੁਹਾਡੀ ਹਰ ਇੱਕ ਇਨਸਾਨ ਦੀ ਇੱਕ ਆਪਣੀ ਪਰਸਨੈਲਿਟੀ ਹੁੰਦੀ ਹੈ ਤੇ ਉਹ ਪਰਸਨੈਲਿਟੀ ਹੌਲੀ ਹੌਲੀ ਡਿਵੈਲਪ ਹੁੰਦੀ ਹੈ, ਪਰ ਉਹ ਜੇ ਆਪਾਂ ਕਹੀਏ ਕਿ ਚੇਂਜ ਹੋ ਜਾਂਦੀ ਹੈ, ਮੈਨੂੰ ਐਵੇਂ ਨਹੀਂ ਲੱਗਦਾ। ਨਹੀਂ, ਜਿਵੇਂ ਤੁਸੀਂ ਮਤਲਬ ਕਿ ਲੋਕਾਂ ਨੂੰ ਜਦੋਂ ਮਿਲਦੇ ਸੀਗੇ, ਕਿਉਂਕਿ ਜਦੋਂ ਅਸੀਂ ਟੀਵੀ ਤੇ ਕਿਸੇ ਨੂੰ ਵੇਖਦੇ ਹਾਂ ਕਿ ਖਲਨਾਇਕ ਦੀ ਭੂਮਿਕਾ ਦੇ ਵਿੱਚ ਉਹ ਇਨਸਾਨ ਹੈਗਾ ਆ, ਲੱਗਦਾ ਸ਼ਾਇਦ ਅਸਲ ਜ਼ਿੰਦਗੀ ਦੇ ਵਿੱਚ ਵੀ ਐਵੇਂ ਹੋਏਗਾ। ਜਿਵੇਂ ਅਸੀਂ ਅਮਰੀਸ਼ ਪੁਰੀ ਜੀ ਦੀ ਗੱਲ ਕਰੀਏ ਤਾਂ ਸਾਰੇ ਲੱਗਦਾ ਸੀਗਾ ਕਿ ਖਲਨਾਇਕ ਵਾਕਈ ਅਸਲ ਜ਼ਿੰਦਗੀ 'ਚ ਵੀ ਹੋਣਗੇ, ਪਰ ਹਕੀਕਤ ਕੁਝ ਹੋਰ ਸੀਗੀ। ਕਦੇ ਤੁਹਾਡੇ ਨਾਲ ਤਾਂ ਨਹੀਂ ਐਵੇਂ ਹੋਇਆ ਜੀ? ਨਹੀਂ, ਮੇਰੇ ਨਾਲ ਐਵੇਂ ਦਾ ਕੋਈ ਵਾਕਿਆ ਨਹੀਂ ਹੋਇਆ ਜੀ। ਐਕਚੁਅਲੀ ਉਦੋਂ ਮੈਨੂੰ ਇੰਨਾ ਅਹਿਸਾਸ ਵੀ ਨਹੀਂ ਸੀਗਾ। ਮੈਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਵੀ ਬੜੀ ਲੇਟ ਹੋਇਆ ਕਿ ਹਾਂ ਲੋਕ ਤੁਹਾਨੂੰ ਇੰਨਾ ਪਸੰਦ ਕਰਦੇ ਆ ਜਾਂ ਤੁਹਾਨੂੰ ਲੋਕ ਇੰਨਾ ਚਾਹੁੰਦੇ ਆ। ਸੋ ਮੇਰੇ ਨਾਲ ਕੋਈ ਇਸ ਤਰ੍ਹਾਂ ਦਾ ਵਾਕਿਆ ਨਹੀਂ ਹੋਇਆ। ਹਾਂ, ਲੋਕ ਮੈਨੂੰ ਪੁੱਛਦੇ ਜ਼ਰੂਰ ਆ ਕਿ ਵੀ ਤੁਸੀਂ ਐਵੇਂ ਹੁਣ ਡਾਂਗ ਤਾਂ ਨਹੀਂ ਚੱਕ ਲਓਗੇ, ਹਨਾ, ਮਤਲਬ ਐਵੇਂ ਦੀਆਂ ਗੱਲਾਂ ਜ਼ਰੂਰ ਕਰਦੇ ਆ ਮੇਰੇ ਨਾਲ ਮਜ਼ਾਹੀਆ ਤਰੀਕੇ ਨਾਲ, ਪਰ ਮੈਂ ਬਹੁਤ ਇੰਜੋਏ ਕਰਦੀ ਹਾਂ ਸਾਰੀਆਂ ਚੀਜ਼ਾਂ। ਜੀ, ਜੇਕਰ ਅਸੀਂ ਤੁਹਾਡੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਪਰਿਵਾਰ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਹਾਂਜੀ, ਪਰਿਵਾਰ 'ਚ ਜਿਵੇਂ ਮੈਂ ਗੱਲ ਕੀਤੀ ਹੈ, ਮੇਰੇ ਪਾਪਾ ਡਾਕਟਰ ਸੀਗੇ, ਮੇਰੇ ਮਦਰ ਨਰਸ ਸੀਗੇ, ਤੇ ਮੈਂ ਮਤਲਬ ਪਿੰਡ ਦੀ ਧਰਤੀ 'ਚੋਂ ਕਹਿ ਲਓ ਨਿਕਲੀ ਹੋਈ ਹਾਂ। ਅੱਜ ਵੀ ਮੈਂ ਆਪਣੇ ਪਿੰਡ ਨਾਲ ਵੀ ਜੁੜੀ ਹੋਈ ਹਾਂ ਤੇ ਬਚਪਨ ਮੇਰਾ 7ਵੀਂ ਤੱਕ ਮੈਂ ਪਿੰਡ ਹੀ ਪੜ੍ਹੀ ਹਾਂ। ਉਸ ਤੋਂ ਬਾਅਦ ਮੈਂ ਜਿਵੇਂ ਦੱਸਿਆ ਤੁਹਾਨੂੰ ਸਿੱਧਵਾਂ ਖੁਰਦ ਤੇ ਫਿਰ ਲੁਧਿਆਣੇ, ਤੇ ਉਸ ਤੋਂ ਬਾਅਦ ਫਿਰ ਮੇਰਾ ਸਫ਼ਰ ਆ ਜਿਹੜਾ ਬਾਕੀ ਦਾ ਪੰਜਾਬ ਯੂਨੀਵਰਸਿਟੀ 'ਚ ਰਿਹਾ ਹੈਗਾ, ਤੇ ਬਸ ਇਸ ਤਰ੍ਹਾਂ ਦਾ ਸਾਰਾ ਰਿਹਾ ਜੀਵਨ। ਜੀ, ਤੁਸੀਂ ਜਿਹੜਾ ਲਿਖਣ ਦਾ ਸ਼ੌਂਕ ਵੀ ਰੱਖਦੇ ਹੋ, ਤੁਸੀਂ ਬਹੁਤ ਸਾਰੀਆਂ ਕਵਿਤਾਵਾਂ ਲਿਖਦੇ ਹੋ, ਤੁਹਾਡੀਆਂ ਕਵਿਤਾਵਾਂ ਅਕਸਰ ਹੀ ਜਿਹੜੀਆਂ ਨੇ ਪ੍ਰਕਾਸ਼ਿਤ ਵੀ ਹੁੰਦੀਆਂ ਨੇ। ਕਿਸੇ ਕਵਿਤਾ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ। ਹਾਂ, ਮੈਂ ਕਵਿਤਾ ਦੀ ਸਾਂਝ ਜ਼ਰੂਰ ਕਰਨਾ ਚਾਹਾਂਗੀ। ਕਵਿਤਾ ਐਕਚੁਅਲੀ ਮੈਂ ਕੋਈ ਬਹੁਤ ਵੱਡੀ ਕਵਿਤਰੀ ਜਾਂ ਲੇਖਕ ਨਹੀਂ ਹੈਗੀ, ਪਰ ਮੈਨੂੰ ਸ਼ੌਕ ਹੈ ਕਿ ਜਿਹੜੀਆਂ ਚੀਜ਼ਾਂ ਮੇਰੇ ਕੋਲ ਹੈਗੀਆਂ ਨੇ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਪਰ ਮੈਂ ਚਾਹੁੰਦੀ ਹਾਂ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਹੈਗੀਆਂ ਨੇ, ਜਿਹੜੇ ਵਲਵਲੇ ਤੁਹਾਡੇ ਅੰਦਰ ਹੈਗੇ ਆ,
ਉਹਨਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਓ। ਜਿਸ ਤਰ੍ਹਾਂ ਵਰਿੰਦਰ ਜੀ ਸੀਗੇ, ਵਰਿੰਦਰ ਜੀ ਦੇ ਡੈਥ ਐਨਵਰਸਰੀ ਤੇ ਮੈਂ ਇੱਕ ਆਰਟੀਕਲ ਲਿਖਿਆ ਸੀ, ਆਪਣੀਆਂ ਉਹਨਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ ਸੀ। ਪਿੱਛੇ ਜੇ ਜਸਪਾਲ ਪੱਟੀ ਦੀ ਡੈਥ ਐਨਵਰਸਰੀ ਸੀ ਤਾਂ ਮੈਂ ਉਹਨਾਂ ਸੰਬੰਧੀ ਵੀ ਆਰਟੀਕਲ ਲਿਖਿਆ ਸੀ। ਸੋ ਇਸ ਤਰ੍ਹਾਂ ਦਾ ਮੇਰਾ ਸ਼ੌਕ ਹੈਗਾ ਕਿ ਤੁਸੀਂ ਲੋਕਾਂ ਨਾਲ ਜਿਹੜੇ ਵੀ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਜੁੜੇ ਰਹੇ ਨੇ ਔਰ ਅੱਜ ਵਧੀਆ ਇਨਸਾਨ ਸੀਗੇ, ਉਹਨਾਂ ਬਾਰੇ ਲੋਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਤੁਹਾਡਾ ਉਹਨਾਂ ਨਾਲ ਨਿੱਜੀ ਸੰਬੰਧ ਰਿਹਾ ਹੈ ਤੇ ਲੋਕ ਇਹ ਬਹੁਤ ਜਾਣਨਾ ਚਾਹੁੰਦੇ ਹੁੰਦੇ ਆ ਕਿ ਉਹ ਨਿੱਜੀ ਜ਼ਿੰਦਗੀ 'ਚੋਂ ਲੋਕ ਕਿਹੋ ਜਿਹੇ ਸੀਗੇ। ਇੱਕ ਤਾਂ ਮੈਂ ਉਹਨਾਂ ਬਾਰੇ ਜ਼ਰੂਰ ਲਿਖਦੀ ਰਹੀ ਹਾਂ। ਬਾਕੀ ਜਿੱਥੋਂ ਤੱਕ ਕਵਿਤਾ ਦਾ ਸੰਬੰਧ ਹੈ, ਕਵਿਤਾ ਜਿਸ ਵੇਲੇ ਮੈਂ ਕਾਲਜ ਵਿੱਚ ਹੁੰਦੀ ਸੀ ਉਦੋਂ ਵੀ ਲਿਖਦੀ ਸੀ। ਮੇਰੇ ਕਾਲਜ ਦੇ ਮੈਗਜ਼ੀਨ 'ਚ ਵੀ ਕੁਝ ਛਪੀਆਂ, ਪਰ ਉਸ ਤੋਂ ਬਾਅਦ ਜ਼ਿੰਦਗੀ ਪੜ੍ਹਨ ਤੋਂ ਬਾਅਦ ਵਿਆਹ ਹੋ ਗਿਆ, ਮਤਲਬ ਇਸ ਤਰ੍ਹਾਂ ਦਾ ਸਾਰਾ ਕੁਝ ਹੌਲੀ ਹੌਲੀ ਹੋ ਗਿਆ ਕਿ ਉਹਨਾਂ ਚੀਜ਼ਾਂ ਤੋਂ ਮੈਂ ਲਾਂਭੇ ਜਾਂਦੀ ਗਈ ਜੀ, ਕਿਉਂਕਿ ਜ਼ਿੰਦਗੀ ਨੇ ਕਈ ਤਰ੍ਹਾਂ ਦੀਆਂ ਕਰਵਟਾਂ ਲੈਂਦੀ ਆ, ਕਈ ਤਰ੍ਹਾਂ ਦੀਆਂ ਚੀਜ਼ਾਂ ਜ਼ਿੰਦਗੀ 'ਚ ਵਾਪਰਦੀਆਂ। ਸੋ ਹੁਣ ਜਿਹੜਾ ਇਹ ਕਿਸਾਨੀ ਮੁੱਦਾ ਅੱਜ ਚੱਲਿਆ ਹੋਇਆ, ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਮਤਲਬ ਇਸ ਸੰਘਰਸ਼ ਨੇ ਜਿਹੜੇ ਮੇਰੇ ਅੰਦਰ ਸੁੱਤਾ ਪਿਆ ਇੱਕ ਕਵੀ ਸੀਗਾ ਉਹਨੂੰ ਦੁਬਾਰਾ ਜਾਗਰਤ ਕਰਤਾ। ਤੇ ਹੁਣ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਨੇ। ਹੁਣ ਮੇਰੀਆਂ ਕਵਿਤਾਵਾਂ ਨੇ ਜਿਹੜੀਆਂ ਉਹ ਛਪਦੀਆਂ ਨੇ, ਤੇ ਮੈਂ ਇੱਕ ਕਵਿਤਾ ਜਿਹੜੀ ਹਾਲੇ ਛਪੀ ਨਹੀਂ ਹੈ, ਪਰ ਮੈਂ ਲੋਹੜੀ ਤੋਂ ਇੱਕ ਰਾਤ ਪਹਿਲਾਂ 12 ਵਜੇ ਰਾਤ ਨੂੰ ਮੈਂ ਇਹ ਲਿਖੀ ਸੀ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ। ਲੋਹੜੀ ਆਉਣ ਤੋਂ ਪਹਿਲਾਂ ਹੀ ਲੋਕਾਂ ਨਾਲ ਲੋੜਾ ਵੱਜ ਗਿਆ, ਅੱਜ ਲੱਗਦਾ ਸੀ ਧੁੱਪ ਨਿਕਲੇਗੀ ਪਰ ਸੁੱਕੇ ਅਸਮਾਨ ਹੀ ਗੱਜ ਗਿਆ। ਹੁਣ ਵੀਰੋ ਬਚਣਾ ਪੈਣਾ ਏ ਇਹਨਾਂ ਕਾਲੇ ਬੋਲੇ ਬੱਦਲਾਂ ਤੋਂ, ਤਰੰਗਾਂ ਦਾ ਵੀ ਧਿਆਨ ਰੱਖੋ ਜੋ ਆਉਣ ਇਹਨਾਂ ਦੀਆਂ ਸਰਦਲਾਂ ਤੋਂ। ਇਹ ਤਾਂ ਲੱਗਦਾ ਇਸੀ ਗੱਲਾਂ ਤੋਂ ਕਿ ਚੰਨ ਨਵਾਂ ਕੋਈ ਚੜਾਵਣਗੇ, ਜਿਹੜੀ ਪਰਤ ਇਨਸਾਫ ਦੀ ਚੜੀ ਪਈ ਉਹ ਪਰਤ ਇਹ ਛੇਤੀ ਲਾਵਣਗੇ। ਅਸੀਂ ਕਿਹੜੇ ਗ੍ਰਹਿ ਦੇ ਵਾਸੀ ਹਾਂ, ਅਸੀਂ ਕਿਹੜੇ ਗ੍ਰਹਿ ਦੇ ਵਾਸੀ ਹਾਂ, ਮੈਨੂੰ ਸਮਝ ਰਤਾ ਵੀ ਲੱਗਦੀ ਨਹੀਂ। ਕਹਿੰਦੇ ਧਰਤ ਇਨਸਾਫ ਦੀ ਹੁੰਦੀ ਸੀ, ਹੁਣ ਲੱਭਿਆਂ ਵੀ ਉਹ ਲੱਭਦੀ ਨਹੀਂ। ਪਰ ਡੋਲਣਾ ਨਹੀਂ ਇਸ ਨੇਰ ਅੰਦਰ, ਪਰ ਡੋਲਣਾ ਨਹੀਂ ਇਸ ਨੇਰ ਅੰਦਰ, ਕਿਉਂਕਿ ਸੁਬਾਹ ਸਵੇਰ ਤਾਂ ਆਏਗੀ, ਇਹ ਕੁਦਰਤ ਦਾ ਹੀ ਨਿਯਮ ਹੈ, ਘਟਾ ਚੜ ਕੇ ਰੁਣ ਲਾਏਗੀ। ਮੈਂ ਤਾਂ ਪਹਿਲਾਂ ਤੋਂ ਹੀ ਇਤਵਾਰ ਕਰਾਂ, ਮੈਂ ਤਾਂ ਪਹਿਲਾਂ ਤੋਂ ਹੀ ਇਤਵਾਰ ਕਰਾਂ, ਇੱਕ ਰੱਬ ਦੀ ਉਸ ਅਦਾਲਤ ਤੇ ਉਹਦੇ ਫੈਸਲੇ ਕੋਈ ਨਾ ਬਦਲ ਸਕੇ। ਇਹ ਤਾਂ ਖੜ ਗਏ ਬਸ ਜ਼ਹਾਲਤ ਤੇ, ਮੇਰਾ ਬਾਜਾਂ ਵਾਲਾ ਆਵੇਗਾ, ਮੇਰਾ ਬਾਜਾਂ ਵਾਲਾ ਆਵੇਗਾ, ਲਲਕਾਰ ਨਵੀਂ ਕੋਈ ਪਾਵੇਗਾ। ਬਸ ਸਹਿਜ ਰੱਖੋ ਤੇ ਨਾਮ ਜਪੋ, ਉਹ ਖੁਦ ਖੰਡਾ ਖੜਕਾਵੇਗਾ। ਜਦੋਂ ਗੁਰੂ ਤੁਹਾਡੇ ਅੰਗ ਸੰਗ ਹੈ, ਜਦੋਂ ਗੁਰੂ ਤੁਹਾਡੇ ਅੰਗ ਸੰਗ ਹੈ, ਖੌਰੇ ਰੱਤਿਆ ਕਿਹੜੇ ਰੰਗ ਵਿੱਚ ਹੈ, ਨਾ ਦਿਲ ਵਿੱਚ ਕੋਈ ਖੋਟ ਰੱਖੋ, ਬਸ ਰੱਬ ਦੀ ਹੀ ਇੱਕ ਓਟ ਰੱਖੋ, ਬਸ ਰੱਬ ਦੀ ਹੀ ਇੱਕ ਓਟ ਰੱਖੋ। ਸੋ ਇਹੋ ਜਿਹੀਆਂ ਕੁਝ ਕਵਿਤਾਵਾਂ ਮੈਂ ਲਿਖੀਆਂ ਨੇ ਇਸ ਦੌਰ ਵਿੱਚ। ਦਿਲ ਦੁਖਦਾ ਵੀ ਹੈ ਇਹ ਸਾਰਾ ਕੁਝ ਜੋ ਅੱਜ ਦੇ ਸਿਨੈਰੀਓ 'ਚ ਜੋ ਵਾਪਰ ਰਿਹਾ, ਉਹ ਤੋਂ ਦਿਲ ਦੁਖੀ ਵੀ ਬਹੁਤ ਆ। ਤੁਸੀਂ ਵਾਕਈ ਅੱਜ ਦੇ ਹਾਲਾਤਾਂ ਨੂੰ ਬਾਖੂਬੀ ਆਪਣੀ ਕਲਮ ਦੇ ਜ਼ਰੀਏ ਜਿਹੜਾ ਹੈ ਬਿਆਨ ਕੀਤਾ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਕਲਾ ਤੁਹਾਡਾ ਸ਼ੌਂਕ ਸੀਗਾ, ਪਰ ਤੁਹਾਡਾ ਕਿੱਤਾ ਕੀ ਸੀ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਕਿੱਤਾ ਮੇਰਾ ਇਸ ਤਰ੍ਹਾਂ ਸੀ ਕਿ ਮੈਂ ਜਦੋਂ MA ਕੀਤੀ ਸੀ ਪੰਜਾਬ ਯੂਨੀਵਰਸਿਟੀ ਤੋਂ, MA ਇੰਗਲਿਸ਼ ਕੀਤੀ, MA ਐਂਸ਼ੀਐਂਟ ਇੰਡੀਅਨ ਹਿਸਟਰੀ ਕੀਤੀ, MPhil ਕੀਤੀ। ਸੋ ਇਤਿਹਾਸ ਨਾਲ ਸੰਬੰਧ ਸੀ ਤਾਂ ਮੈਨੂੰ ਇਤਿਹਾਸ ਦੇ ਨਾਲ ਹੀ ਮਿਲਦਾ ਜੁਲਦਾ ਕੰਮ ਡਿਪਾਰਟਮੈਂਟ ਆਫ ਆਰਕਾਈਵਸ ਪੰਜਾਬ ਵਿੱਚ ਮਿਲਿਆ। ਉੱਥੇ ਮੈਂ ਐਜ਼ ਅ ਰਿਸਰਚ ਅਸਿਸਟੈਂਟ ਜੁਆਇਨ ਕੀਤਾ ਸੀ, ਐਜ਼ ਆਰਕਾਈਵਿਸਟ ਮੈਂ ਉੱਥੋਂ ਰਿਟਾਇਰ ਹੋਈ ਹਾਂ। ਸੋ ਉੱਥੇ ਵੀ ਜਿਹੜਾ ਮੇਰਾ ਮਤਲਬ ਉਹ ਇੱਕ ਵਿਲੱਖਣ ਸਬਜੈਕਟ ਹੈ ਹਨਾ, ਲੋਕ ਉਹਨੂੰ ਖੁਸ਼ਕ ਸਬਜੈਕਟ ਵੀ ਕਹਿੰਦੇ ਆ, ਪਰ ਮੈਨੂੰ ਉਹ ਸਬਜੈਕਟ ਕਦੇ ਖੁਸ਼ਕ ਨਹੀਂ ਲੱਗਿਆ, ਬਹੁਤ ਖੂਬਸੂਰਤ ਲੱਗਿਆ। ਮੇਰਾ ਐਕਚੁਅਲੀ ਜਿਹੜਾ ਵਾਹ ਹੈਗਾ ਅਕਸਰ ਉਹ ਰਿਸਰਚ ਸਕਾਲਰਸ ਨਾਲ ਪੈਂਦਾ ਸੀ, ਮਤਲਬ ਆਪਣੇ ਦੇਸ਼ ਦੇ ਅੰਦਰੋਂ, ਬਾਕੀ ਸਟੇਟਾਂ 'ਚੋਂ ਦੇਸ਼ ਦੀਆਂ ਤੋਂ, ਤੇ ਬਾਹਰਲੀਆਂ ਸਟੇਟਸ ਬਾਹਰਲੇ ਕੰਟਰੀਜ਼ ਤੋਂ ਬਹੁਤ ਸਾਰੇ ਸਟੂਡੈਂਟਸ ਮੇਰੇ ਕੋਲ ਆਉਂਦੇ ਸੀਗੇ, ਆਪਣਾ ਰਿਸਰਚ ਵਰਕ ਕਰਦੇ ਸੀ, ਕਿਉਂਕਿ ਸਾਡੇ ਕੋਲ ਉੱਥੇ ਇੱਕ ਬਹੁਤ ਜ਼ਿਆਦਾ ਵੱਡਾ ਖਜ਼ਾਨਾ ਪਿਆ। ਮਹਾਰਾਜਾ ਰਣਜੀਤ ਸਿੰਘ ਦੇ ਰਿਕਾਰਡ ਪੰਜਾਬ ਆਰਕਾਈਵਸ ਵਿੱਚ ਪਏ ਨੇ, ਬ੍ਰਿਟਿਸ਼ ਪੀਰੀਅਡ ਦੇ ਰਿਕਾਰਡ ਪੰਜਾਬ ਆਰਕਾਈਵਸ ਵਿੱਚ ਪਏ ਨੇ। ਸੋ ਬਹੁਤ ਵੱਡਾ ਖਜ਼ਾਨਾ ਹੈ ਉਹ। ਜਿੰਨੀਆਂ 8 ਸਟੇਟਾਂ ਹੁੰਦੀਆਂ ਸੀ ਪੰਜਾਬ ਦੀਆਂ ਰਿਆਸਤਾਂ, ਉਹਨਾਂ ਦੇ ਰਿਕਾਰਡ ਸਾਡੇ ਸਾਰੇ ਪਟਿਆਲੇ ਪਏ ਨੇ। ਸੋ ਉਹਦੇ 'ਤੇ ਬਹੁਤ ਬੱਚੇ ਰਿਸਰਚ ਕਰਨ ਆਉਂਦੇ ਸੀ, ਫਿਰ ਉਹ ਇਤਿਹਾਸ ਪੜ੍ਹਨ ਦਾ ਮੌਕਾ ਮਿਲਦਾ ਸੀ, ਉਹਦੇ ਵਿੱਚੋਂ ਵਿਚਰਨ ਦਾ ਮੌਕਾ ਮਿਲਦਾ ਸੀ।
ਸੋ ਪੁਰਾਣੀਆਂ ਚੀਜ਼ਾਂ ਨੂੰ ਬਹੁਤ ਇੰਜੋਏ ਕਰੀਦਾ ਸੀਗਾ ਜੀ। ਆਪਣੇ ਆਪ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਜੋੜ ਕੇ ਰੱਖਿਆ। ਜਿੱਦਾਂ ਸਾਡੀ ਇੱਕ ਫਰੀਦਕੋਟ ਇੱਕ ਬੀਡ ਸੁਸਾਇਟੀ ਹੈ, ਮੈਂ ਉਹਨਾਂ ਨਾਲ ਵੀ ਜੁੜੀ ਹੋਈ ਆ। ਤੇ ਅਸੀਂ ਇੱਕ ਰੁੱਖ ਮੇਲਾ ਕੀਤਾ ਸੀਗਾ, ਉਹਦੇ 'ਚ ਅਸੀਂ 13-1400 ਪਲਾਂਟ ਲਾਏ ਸੀ। ਫਿਰ ਅਸੀਂ ਹਰਬਲ ਗਾਰਡਨਸ ਵੀ ਲਗਾਏ ਆ। ਸੋ ਮੈਂ ਉਹਨਾਂ ਨਾਲ ਵੀ ਨਿਰੰਤਰ ਜੁੜੀ ਹੋਈ ਆ। ਉਸ ਤੋਂ ਇਲਾਵਾ ਜਿੱਥੋਂ ਤੱਕ ਕਿੱਤੇ ਦਾ ਸੰਬੰਧ ਹੈ ਹੁਣ ਮੌਜੂਦਾ, ਤਾਂ ਹੁਣ ਮੈਂ ਅੱਜ ਕੱਲ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਕੰਮ ਕਰ ਰਹੀ ਹਾਂ। ਸੋ 1 ਮਹੀਨਾ ਹੋਇਆ ਮੈਨੂੰ ਹਾਲੇ ਇੱਥੇ ਜੁੜਿਆ, ਤੇ ਦੇਖੋ ਹੁਣ ਇੱਥੋਂ ਵੀ ਕੁਛ ਨਾ ਕੁਛ ਨਵਾਂ ਕੱਢ ਕੇ ਤੁਹਾਡੇ ਸਾਰਿਆਂ ਤੱਕ ਪੇਸ਼ ਕਰਾਂਗੇ। ਸੋ ਕਿਉਂਕਿ ਇੱਥੇ ਇਹਨਾਂ ਕੋਲ ਵੀ ਬਹੁਤ ਵੱਡਾ ਖਜ਼ਾਨਾ ਹੈ, ਚਾਹੇ ਉਹ ਪੁਰਾਣੀਆਂ ਅਖਬਾਰਾਂ ਨੇ, ਚਾਹੇ ਉਹ ਪੁਰਾਣੇ ਮੈਗਜ਼ੀਨ ਨੇ, ਚਾਹੇ ਉਹ ਪੁਰਾਣੀਆਂ ਰਿਪੋਰਟਸ ਨੇ, ਚਾਹੇ ਉਹ ਪੁਰਾਣੇ ਰਿਕਾਰਡਸ ਨੇ, ਮਤਲਬ ਬਹੁਤ ਸਾਰੀਆਂ ਚੀਜ਼ਾਂ, ਪੁਰਾਣੀਆਂ ਪੇਂਟਿੰਗਸ ਨੇ ਜਾਂ ਈਵਨ ਫੁਲਕਾਰੀਜ਼ ਨੇ। ਮਤਲਬ ਇਹਨਾਂ ਨੇ ਬਹੁਤ ਸਾਰਾ ਜਿਹੜਾ ਚੀਜ਼ਾਂ ਪੰਜਾਬ ਵਿੱਚ ਲੋਕਾਂ ਕੋਲੇ ਪਈਆਂ, ਹੱਥ ਲਿਖਤਾਂ ਪਈਆਂ, ਉਹ ਚੀਜ਼ਾਂ ਨੂੰ ਇਹਨਾਂ ਨੇ ਡਿਜੀਟਾਈਜ਼ ਕਰਕੇ ਡਿਜੀਟਲ ਫਾਰਮੈਟ ਦੇ ਵਿੱਚ ਇੱਥੇ ਸੰਭਾਲਿਆ ਜਾ ਰਿਹਾ। ਤੇ ਸਾਡੀ ਇੱਕ ਆਪਣੀ ਵੈਬਸਾਈਟ ਹੈਗੀ ਆ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ, ਉੱਥੇ ਜਾ ਕੇ ਲੋਕ ਬਹੁਤ ਸਾਰੀਆਂ ਚੀਜ਼ਾਂ ਦੇਖ ਸਕਦੇ ਨੇ। ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਕੁਝ ਚੀਜ਼ਾਂ ਜਿਵੇਂ ਕਿਸੇ ਤੁਹਾਡੀ ਪ੍ਰਾਪਰਟੀ ਆ, ਤਾਂ ਉਹ ਅਗਲਾ ਕਹਿ ਦਿੰਦਾ ਕਿ ਮੇਰੀ ਪ੍ਰਾਪਰਟੀ ਤੁਸੀਂ ਐਵੇਂ ਸ਼ੇਅਰ ਨਹੀਂ ਕਰਨੀ, ਤਾਂ ਉਹਦੇ ਬਾਰੇ ਤੁਸੀਂ ਲਿਖ ਕੇ ਗੱਲ ਕਰ ਸਕਦੇ ਹੋ। ਉਸ ਇਨਸਾਨ ਤੋਂ ਅਸੀਂ ਪਰਮਿਸ਼ਨ ਲੈ ਕੇ ਤੁਹਾਨੂੰ ਉਹ ਦੇਖਣ ਦਾ ਅਲਾਉ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੱਥੇ ਵੀ ਅਸੀਂ ਸੰਭਾਲ ਕੇ ਰੱਖੀਆਂ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਵੇਂ ਮੈਂ ਇੱਕ ਆਰਕਾਈਵਸ ਤੋਂ ਸੀਗੀ, ਰਿਟਾਇਰ ਹੋਈ ਹਾਂ ਆਰਕਾਈਵਸ ਡਿਪਾਰਟਮੈਂਟ ਤੋਂ, ਤੇ ਮੈਨੂੰ ਉਸ ਤਰ੍ਹਾਂ ਦਾ ਹੀ ਕੋਈ ਇੱਕ ਕਿਰਦਾਰ ਜਿਹੜਾ ਉਹ ਮੈਨੂੰ ਇੱਥੇ ਮਿਲਿਆ ਹੈਗਾ। ਮੇਰੀਆਂ ਇੱਥੇ ਸੇਵਾਵਾਂ ਮੈਨੂੰ ਨਿਭਾਉਣ ਦਾ ਮੌਕਾ ਮਿਲ ਰਿਹਾ, ਉਹਦੇ 'ਚ ਵੀ ਮੈਂ ਬੜੀ ਖੁਸ਼ ਹੈਗੀ ਹਾਂ। ਕਹਿੰਦੇ ਕਿ ਜ਼ਿੰਦਗੀ ਕਦੇ ਇੱਕੋ ਵਰਗੀ ਨਹੀਂ ਰਹਿੰਦੀ ਹੈ, ਬਦਲਦੀ ਰਹਿੰਦੀ ਹੈ। ਕਦੇ ਖੁਸ਼ੀਆਂ ਹੁੰਦੀਆਂ ਨੇ ਤੇ ਕਦੇ ਗਮ ਹੁੰਦੇ ਨੇ। ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਚੁਣੌਤੀਆਂ ਦੇ ਦੌਰਾਨ ਤੁਸੀਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ, ਇੰਨੀ ਹਿੰਮਤ ਕਿੱਥੋਂ ਮਿਲਦੀ ਸੀ? ਐਕਚੁਅਲੀ ਜਿਹੜੀ ਇਹ ਹਿੰਮਤ ਹੈ, ਇਹ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜੀ। ਜੇ ਅਸੀਂ ਰੱਬ ਦੀ ਰਜ਼ਾ ਵਿੱਚ ਰਹਿੰਦੇ ਹਾਂ ਤੇ ਰੱਬ ਤੁਹਾਡੇ ਤੇ ਮਿਹਰਬਾਨ ਰਹਿੰਦਾ ਹੈ। ਮੈਂ ਜ਼ਿੰਦਗੀ 'ਚ ਮੇਰੇ ਹਸਬੈਂਡ ਨੂੰ ਮਤਲਬ 2 ਸਾਲ ਹੋਏ ਸੀ ਮੇਰੇ ਵਿਆਹ ਨੂੰ, ਜਦੋਂ ਉਹਨਾਂ ਨੂੰ ਪਹਿਲਾ ਹਾਰਟ ਅਟੈਕ ਹੋਇਆ। ਉਸ ਤੋਂ ਬਾਅਦ ਮਤਲਬ ਸਾਰੀ ਜ਼ਿੰਦਗੀ ਚੱਲ ਹੀ ਰਹੀ ਆ। ਉਸ ਤੋਂ ਬਾਅਦ 2000 'ਚ ਮੇਰੇ ਬੇਟੇ ਦਾ ਬਰਥ ਹੋਇਆ। ਫਿਰ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਹਾਰਟ ਦੀ ਪ੍ਰੋਬਲਮ ਸੀ। ਮਤਲਬ ਸਾਰਿਆਂ ਨੂੰ ਮੈਂ ਲੁੱਕ ਆਫਟਰ ਵੀ ਕਰਨਾ ਸੀ। ਇਹ ਸਾਰੀਆਂ ਚੁਣੌਤੀਆਂ ਤਾਂ ਸੀਗੀਆਂ, ਪਰ ਇਹ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਮਤਲਬ ਲੋਕਾਂ ਲਈ ਵੀ ਇੱਕ ਸੁਨੇਹਾ ਹੈਗਾ ਕਿ ਨਾ, ਜਿਹੜੇ ਪਲ ਖੁਸ਼ੀ ਦੇ ਮਿਲਦੇ ਆ ਉਹਨਾਂ ਨੂੰ ਖੋ ਲਿਆ ਕਰੋ, ਕਿਉਂਕਿ ਉਹ ਖੁਸ਼ੀ ਦੁਬਾਰਾ ਆਵੇ ਜਾਂ ਨਾ ਆਵੇ ਤੁਹਾਨੂੰ ਨਹੀਂ ਪਤਾ। ਠੀਕ ਹੈ। ਸੋ ਮੈਂ ਤਾਂ ਜ਼ਿੰਦਗੀ 'ਚ ਨਾ ਖੁਸ਼ੀ ਨੂੰ ਹਮੇਸ਼ਾ ਖਿੱਚ ਲੈਂਦੀ ਸੀ, ਖੋ ਲੈਂਦੀ ਸੀ, ਫੜ ਲੈਂਦੀ ਸੀ ਕਿ ਆ ਜਾ ਹੁਣ ਚੱਲੀ ਕਿੱਥੇ ਆ, ਹਨਾ। ਮੇਰੇ ਹਸਬੈਂਡ ਬਿਮਾਰ, ਉੱਥੇ ਉਸ ਟਾਈਮ ਵੀ ਮਤਲਬ ਮੈਂ ਇਹ ਨਹੀਂ ਕਹਿ ਸਕਦੀ ਕਿ ਵੀ ਉਹ ਤਾਂ ਬਿਮਾਰ ਹੀ ਸੀ ਬੰਦਾ, ਮੈਂ ਤਾਂ ਰੋਲੀ ਗਈ, ਮੈਂ ਤਾਂ ਮਾਰੀ ਗਈ, ਮੈਂ ਤਾਂ ਖਾ ਪੀ ਗਈ। ਨਹੀਂ, ਅਸੀਂ ਉਦੋਂ ਵੀ ਬਹੁਤ ਇੰਜੋਏ ਕੀਤਾ। ਇੱਕ ਵਾਰੀ ਮੇਰਾ ਦਿਲ ਕੀਤਾ ਕਿ ਅਸੀਂ ਕਿਤੇ ਘੁੰਮ ਕੇ ਆਈਏ। ਮੈਂ ਆਪਣੇ ਮਦਰ ਇਨ ਲਾਅ ਨੂੰ ਕਿਹਾ ਕਿ ਮੰਮਾ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ ਤੇ ਅਸੀਂ ਜਾਈਏ। ਮੇਰੇ ਮੰਮਾ ਨੇ ਮੇਰੇ ਮਦਰ ਇਨ ਲਾਅ ਨੇ ਮੈਨੂੰ ਕਿਹਾ ਸੀ ਕਿ ਬਈ ਬੇਟਾ ਵੇਖ ਲੈ, ਇਹਨੂੰ ਹਾਰਟ ਦੀ ਪ੍ਰੋਬਲਮ ਹੈ। ਤੇ ਮੈਂ ਕਿਹਾ ਵੀ ਮੰਮੀ ਇਹ ਤਾਂ ਜ਼ਿੰਦਗੀ ਹੈ, ਤੇ ਜਦੋਂ ਆ ਲੱਗਣੀ ਹੈ ਉਦੋਂ ਫਿਰ ਘਰੇ ਵੀ ਆ ਲੱਗਣੀ ਹੈ। ਸੋ ਉਦੋਂ ਅਸੀਂ ਹਜ਼ੂਰ ਸਾਹਿਬ ਉਧਰ ਸਾਰਾ ਘੁੰਮ ਕੇ ਆਏ ਸੀਗੇ। ਠੀਕ ਹੈ। ਉਸ ਤੋਂ ਬਾਅਦ ਫਿਰ ਇੱਕ ਵਾਰੀ ਅਸੀਂ ਗਏ, ਰਾਜਸਥਾਨ ਦਾ ਟ੍ਰਿਪ ਬਣਾਇਆ। 10 ਦਿਨਾਂ ਦੇ ਵਿੱਚ ਅਸੀਂ 5 ਸਟੇਸ਼ਨ ਘੁੰਮ ਕੇ ਆਏ। ਔਰ ਮੇਰੇ ਹਸਬੈਂਡ ਵੀ ਇੰਨੀ ਚੜ੍ਹਦੀ ਕਲਾ 'ਚ ਰਹਿੰਦੇ ਸੀ ਕਿ ਜਦੋਂ ਹਸਪੀਟਲ ਤੋਂ ਘਰ ਆ ਜਾਂਦੇ ਸੀ ਤਾਂ ਉਹਨਾਂ ਨੇ ਕਦੇ ਨਹੀਂ ਸੀ ਕਿਹਾ ਮੈਂ ਬਿਮਾਰ ਹਾਂ। ਉਹ ਕਹਿੰਦੇ ਸੀ ਮੇਰਾ ਪਤਾ ਕਿਉਂ ਲੈਣ ਆਉਂਦੇ ਆ, ਮੈਨੂੰ ਤਾਂ ਕੁਝ ਨਹੀਂ ਹੋਇਆ, ਮੈਂ ਤਾਂ ਠੀਕ ਹਾਂ। ਸੋ ਅਸੀਂ ਮਤਲਬ ਘਰ ਦਾ ਜਿਹੜਾ ਇੱਕ ਮਾਹੌਲ ਆ ਉਹ ਵੀ ਇਸੇ ਤਰ੍ਹਾਂ ਦਾ ਹੀ ਰੱਖਿਆ ਕਿ ਘਰ 'ਚ ਕੁਝ ਨਹੀਂ ਹੈਗਾ, ਸਭ ਠੀਕ ਠਾਕ ਹੈ। ਤੇ ਜਦੋਂ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਤਾਂ ਪਰਮਾਤਮਾ ਹਮੇਸ਼ਾ ਤੁਹਾਡਾ ਸਾਥ ਦੇਗਾ। ਪੋਜ਼ਿਟਿਵ ਰਹਿਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ। ਮੈਂ ਜਦੋਂ ਮੇਰੇ ਹਸਬੈਂਡ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀ, ਉਸ ਵੇਲੇ ਵੀ ਮੈਂ ਪੋਜ਼ਿਟਿਵ ਹੀ ਰਹੀ। ਕੋਈ ਯਕੀਨ ਸ਼ਾਇਦ ਨਾ ਕਰ ਸਕੇ ਕਿ ਮੈਂ ਕਦੇ ਰੋਈ ਨਹੀਂ ਸੀ। ਮੈਂ ਹਮੇਸ਼ਾ ਇਹ ਸੋਚਦੀ ਸੀ ਕਿ ਰੋਣ ਨਾਲੋਂ ਬੈਟਰ ਮੈਂ ਇਹ ਸੋਚਾਂ ਕਿ ਮੈਂ ਇਹਨਾਂ ਲਈ ਕੀ ਕਰ ਸਕਦੀ ਹਾਂ। ਮੈਂ ਇਹਨਾਂ ਲਈ ਬਾਣੀ ਪੜ੍ਹ ਸਕਦੀ ਹਾਂ, ਮੈਂ ਇਹਨਾਂ ਲਈ ਅਰਦਾਸ ਕਰ ਸਕਦੀ ਹਾਂ, ਮੈਂ ਇਹਨਾਂ ਲਈ ਜੋ ਕੁਝ ਹੋਰ ਕੋਈ ਇਨਸਾਨ ਕਰ ਸਕਦਾ ਮੈਂ ਉਹ ਕਰ ਸਕਦੀ ਹਾਂ, ਮੈਂ ਉਹ ਕਰਾਂ। ਰੋਣਾ ਤਾਂ ਸਾਰੀ ਜ਼ਿੰਦਗੀ ਇਨਸਾਨ ਦੇ ਪੱਲੇ ਆ, ਜਦੋਂ ਮਰਜ਼ੀ ਰੋ ਲਓ। ਹੱਸਣਾ ਬੜਾ ਮੁਸ਼ਕਿਲ ਹੈ। ਤੇ ਹੁਣ ਵੀ ਮੈਂ ਆਪਣਾ ਹਾਸਿਆਂ ਨੂੰ ਆਪਣੇ ਦੋਸਤ ਬਣਾਇਆ ਹੋਇਆ
ਜੇ ਤੁਸੀਂ ਹੱਸਦੇ ਹੋ ਤਾਂ ਸਾਰੀ ਦੁਨੀਆ ਹੱਸਦੇ ਆ, ਤੇ ਰੋਂਦੇ ਨਾਲ ਕੋਈ ਬੰਦਾ ਰੋਣ ਨਹੀਂ ਆਉਂਦਾ। ਸੋ ਇਸ ਕਰਕੇ ਜਦੋਂ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਤਾਂ ਉਦੋਂ ਸਾਰਾ ਕੁਝ, ਫਿਰ ਕਾਇਨਾਤ ਵੀ ਤੁਹਾਡੇ ਨਾਲ ਤੁਹਾਡਾ ਸਾਥ ਦਿੰਦੀ ਹੈ। ਜੀ, ਵਾਕਈ ਸਹੀ ਗੱਲ ਹੈ। ਜਦੋਂ ਇਨਸਾਨ ਚੜ੍ਹਦੀ ਕਲਾ 'ਚ ਰਹਿੰਦਾ ਹੈ ਤਾਂ ਰਸਤੇ ਵੀ ਉਹਦੇ ਲਈ ਆਪ ਮੁਹਾਰੇ ਬਣਦੇ ਜਾਂਦੇ ਆ ਤੇ ਹਰ ਇੱਕ ਚੁਣੌਤੀ ਦਾ ਉਹ ਸਾਹਮਣਾ ਕਰ ਲੈਂਦਾ ਆ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਅਖੀਰ 'ਚ ਮੈਂ ਇਹੀ ਕਹਿਣਾ ਚਾਹੂੰਗੀ ਜੋ ਮੈਂ ਹੁਣ ਬਿਆਨ ਕੀਤਾ ਹੈ, ਕਿ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਜ਼ਿੰਦਗੀ 'ਚ ਕਦੇ ਪਿੱਛੇ ਮੁੜ ਕੇ ਨਾ ਦੇਖੋ। ਉਹ ਪਿਛੋਕੜ ਆ ਤੁਹਾਡਾ ਸਾਹ, ਉਹ ਕਦੇ ਤੁਹਾਨੂੰ ਨਹੀਂ ਛੱਡਦਾ, ਹਮੇਸ਼ਾ ਉਹ ਤੁਹਾਡੇ ਨਾਲ ਰਹਿੰਦਾ ਹੈ। ਜਿਹੜੀਆਂ ਉਹ ਤੁਹਾਡੀਆਂ ਪੁਰਾਣੀਆਂ ਯਾਦਾਂ ਨੇ, ਪਰਿਵਾਰਕ ਯਾਦਾਂ ਨੇ, ਉਹਨਾਂ ਯਾਦਾਂ ਨੂੰ ਆਪਣੇ ਅੰਦਰ ਸੰਜੋ ਕੇ ਰੱਖੋ, ਸਮੇਟ ਕੇ ਰੱਖੋ। ਤੇ ਕੀ ਤੁਹਾਡੇ ਤੋਂ ਜ਼ਿੰਦਗੀ 'ਚ ਕਮੀਆਂ ਰਹਿ ਗਈਆਂ ਜਿਹੜੀਆਂ ਤੁਸੀਂ ਨਹੀਂ ਕਰ ਸਕੇ, ਉਹ ਕਰੋ। ਮੈਂ ਬਹੁਤ ਕੁਝ ਸੀ ਜਿਹੜਾ ਜ਼ਿੰਦਗੀ 'ਚ ਸ਼ਾਇਦ ਕਰਨਾ ਚਾਹੁੰਦੀ ਸੀ, ਮੈਨੂੰ ਲੱਗਿਆ ਹੋਵੇ ਮੈਂ ਨਹੀਂ ਕਰ ਸਕੀ, ਪਰ ਹੁਣ ਵੀ ਮੈਂ ਕਿਸੇ ਗੱਲੋਂ ਪਿੱਛੇ ਨਹੀਂ ਹਟ ਰਹੀ। ਮੈਂ ਜੋ ਕੁਝ ਮੈਨੂੰ ਲੱਗਦਾ ਉਹ ਮੈਂ ਕਰਦੀ ਹਾਂ। ਮੈਨੂੰ ਲੱਗਦਾ ਹੁਣ ਜਿਹੜੀ ਮੇਰੀ ਜ਼ਿੰਦਗੀ ਹੈ ਜਾਂ ਮੇਰੇ ਬੱਚੇ ਲਈ ਹੈ ਤੇ ਜਾਂ ਦੁਨੀਆ ਲਈ ਹੈ, ਉਹ ਮੈਂ ਸੁਨੇਹਾ ਕਿ ਹਰ ਇੱਕ ਲਈ ਜਦੋਂ ਤੁਸੀਂ ਦੂਜੇ ਲਈ ਕੁਝ ਕਰਦੇ ਹੋ, ਕਿਸੇ ਲਈ ਵੀ ਕੁਝ ਕਰਦੇ ਹੋ, ਤਾਂ ਤੁਹਾਡੇ ਦਿਲ ਨੂੰ ਜੋ ਸਕੂਨ ਮਿਲਦਾ ਉਹ ਸ਼ਾਇਦ ਲੱਖਾਂ ਪਦਾਰਥਾਂ ਨਾਲ ਜਾਂ ਲੱਖਾਂ ਦੁਨੀਆ ਦੀਆਂ ਨਿਯਮਤਾਂ ਨਾਲ ਵੀ ਨਹੀਂ ਮਿਲ ਸਕਦਾ। ਸੋ ਕੋਸ਼ਿਸ਼ ਕਰੋ ਕਿ ਲੋਕਾਂ ਦੇ ਕੰਮ ਆਵੋ। ਆਪਾਂ ਸਾਰੇ ਜਦੋਂ ਇੱਕ ਅੱਛੇ ਕਿਰਦਾਰਾਂ 'ਚ ਚਲੇ ਜਾਵਾਂਗੇ ਤਾਂ ਅਸੀਂ ਇੱਕ ਬਹੁਤ ਵਧੀਆ ਪੰਜਾਬ, ਬਹੁਤ ਵਧੀਆ ਖੂਬਸੂਰਤ ਆਪਣਾ ਜਿਹੜਾ ਦੇਸ਼ ਆ ਉਹਨੂੰ ਸਿਰਜ ਸਕਾਂਗੇ। ਜੀ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ, ਮੈਨੂੰ ਵੀ ਬੜਾ ਚੰਗਾ ਲੱਗਿਆ। ਥੈਂਕ ਯੂ ਸੋ ਮਚ ਜੀ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਇਆ ਹੈ ਪੰਮੀ ਸੰਧੂ ਹੋਰਾਂ ਨੂੰ। ਦਰਸ਼ਕੋ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ, ਉੱਥੇ ਹੀ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਹਨਾਂ ਨੇ ਹਰ ਇੱਕ ਚੁਣੌਤੀ ਦਾ ਸਾਹਮਣਾ ਕੀਤਾ ਤੇ ਉਹ ਬਹੁਤ ਸਾਰੀਆਂ ਔਰਤਾਂ ਦੇ ਲਈ ਪ੍ਰੇਰਨਾ ਸਰੋਤ ਨੇ। ਉਮੀਦ ਕਰਦੇ ਹਾਂ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰੀ ਪ੍ਰੇਰਨਾ ਮਿਲੀ ਹੋਵੇਗੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।